ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਬੜੇ ਪਿਆਰ ਨਾਲ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਗੁਰਬਾਣੀ ਦੀ ਵਿਚਾਰਧਾਰਾ ਨਾਲ ਜੋੜਨ ਦਾ ਯਤਨ ਕਰੀਏ। ਅੱਜ ਆਪਾਂ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਵਿੱਚੋਂ ਸ਼ਲੋਕ ਨੰਬਰ 71 ਅਤੇ 72 ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 1381 ਤੇ ਦਰਜ ਹਨ, ਉਹਨਾਂ ਨੂੰ ਸਮਝਣ ਦਾ ਯਤਨ ਕਰਾਂਗੇ। ਪਿਛਲੀ ਕਥਾ ਦੌਰਾਨ ਆਪਾਂ ਸ਼ਲੋਕ ਨੰਬਰ 70 ਸਮਝਿਆ ਸੀ, ਜਿਸ ਵਿੱਚ ਫਰੀਦ ਸਾਹਿਬ ਨੇ ਜਿੰਨੇ ਵੀ ਲੋਕ ਇਸਲਾਮ ਮਤ ਦੇ ਧਾਰਨੀ ਹਨ, ਉਹਨਾਂ ਨੂੰ ਇਹ ਗੱਲ ਆਖੀ ਸੀ ਕਿ ਬਈ ਤੁਸੀਂ 5 ਵੇਲੇ ਮਸੀਤ ਵਿੱਚ ਆਇਆ ਕਰੋ, ਜਾਂ ਇਸ ਤਰ੍ਹਾਂ ਆਖੀਏ 5 ਵੇਲੇ ਨਮਾਜ਼ ਪੜ੍ਹਿਆ ਕਰੋ। ਇਹ ਗੱਲ ਬੜੀ ਚੰਗੀ ਏ। ਪਰਮਾਤਮਾ ਨੂੰ ਯਾਦ ਕਰਨਾ, ਪਰਮਾਤਮਾ ਦੀ ਭੈ ਭਾਵਨੀ ਵਿੱਚ ਰਹਿਣਾ, ਉਹਦੇ ਅਦਬ ਅਤੇ ਸਤਿਕਾਰ ਵਿੱਚ ਰਹਿਣਾ, ਇਹ ਸਾਰੇ ਬੜੇ ਚੰਗੇ ਬਚਨ ਨੇ। ਪਰ ਜੇ ਕੱਲੀ ਅਸੀਂ ਨਮਾਜ਼ ਪੜ੍ਹੀਏ, ਕੱਲਾ ਪਾਠ ਹੀ ਪੜ੍ਹੀਏ, ਜਾਂ ਇਹੋ ਜਿਹਾ ਕੋਈ ਕਰਮ ਕਰਦੇ ਰਹੀਏ ਜਿਸ ਨੂੰ ਅਸੀਂ ਕਰਮ ਕਾਂਡ ਆਖ ਸਕਦੇ ਹਾਂ, ਉਹਦੇ ਕਰਨ ਦਾ ਕੋਈ ਸਾਨੂੰ ਬਹੁਤਾ ਲਾਭ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ ਕਿ ਤੁਸੀਂ ਨਮਾਜ਼ਾਂ ਜ਼ਰੂਰ ਪੜ੍ਹੋ, ਤੁਸੀਂ ਮਸੀਤ ਵਿੱਚ ਜ਼ਰੂਰ ਜਾਓ। ਤੇ ਜੇ ਅੱਜ ਆਪਾਂ ਨੂੰ ਗੱਲ ਕਰਨੀ ਪਵੇ ਤੇ ਆਪਾਂ ਇਸ ਤਰ੍ਹਾਂ ਆਖ ਸਕਦੇ ਹਾਂ ਵੀ ਤੁਸੀਂ ਪਾਠ ਜ਼ਰੂਰ ਕਰੋ, ਤੁਸੀਂ ਗੁਰਦੁਆਰੇ ਵੀ ਜਾਓ, ਪਰ ਇੱਕ ਗੱਲ ਦਾ ਧਿਆਨ ਰੱਖਣਾ, ਉਸ ਦਾ ਚੇਤਾ ਰੱਖਣਾ, ਸਾਡੇ ਜੀਵਨ ਵਿੱਚ ਸੱਚ ਆਵੇ, ਸਾਡੇ ਜੀਵਨ ਵਿੱਚ ਧਰਮ ਦੀ ਕਿਰਤ ਆਵੇ, ਸਾਡੇ ਜੀਵਨ ਵਿੱਚ ਸਰਬੱਤ ਦੇ ਭਲੇ ਦੀ ਭਾਵਨਾ ਆ ਜਾਏ, ਸਾਡਾ ਮਨ ਤੇ ਸਾਡੀ ਨੀਅਤ ਟਿਕਾਣੇ ਆ ਜਾਏ, ਤੇ ਫਿਰ ਅਸੀਂ ਵਾਹਿਗੁਰੂ ਜੀ ਦੀ ਸਿਫਤ ਵਿੱਚ ਜੁੜਦੇ ਰਹੀਏ। ਇਹ ਸਾਰੇ ਗੁਣ ਸਾਡੇ ਵਿੱਚ ਆ ਜਾਣ ਤੇ ਸਾਡਾ ਗੁਰਦੁਆਰੇ ਆਉਣਾ, ਸਾਡਾ ਮੰਦਰ ਵਿੱਚ ਜਾਣਾ, ਸਾਡਾ ਮਸਜਿਦ ਵਿੱਚ ਜਾਣਾ, ਉੱਥੇ ਜਾ ਕੇ ਨਮਾਜ਼ਾਂ ਪੜ੍ਹਨੀਆਂ, ਗੁਰਦੁਆਰਿਆਂ 'ਚ ਜਾ ਕੇ ਪਾਠ ਪੜ੍ਹਨੇ, ਇਹ ਸਾਰੇ ਹੀ ਸਫਲ ਤੇ ਲਾਹੇਵੰਦੇ ਹੋ ਸਕਦੇ ਨੇ। ਪਰ ਜੇ ਇਹ ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਹੋਏ ਗੁਣ ਇਹ ਸਾਡੇ ਵਿੱਚ ਨਹੀਂ ਆਉਂਦੇ, ਤੇ ਫਿਰ ਅਸੀਂ ਐਵੇਂ ਫੇਰੇ ਹੀ ਮਾਰਦੇ ਫਿਰਦੇ ਹਾਂ, ਹੋਰ ਕੋਈ ਗੱਲ ਨਹੀਂ। ਸੋ ਫਰੀਦ ਸਾਹਿਬ ਨੇ ਉਸੇ ਹੀ ਟੌਪਿਕ ਨੂੰ ਅੱਗੇ ਜਾਰੀ ਰੱਖਦਿਆਂ ਇਹ ਗੱਲ ਆਖੀ, ਉੱਠ ਫਰੀਦਾ ਊਜੂ ਸਾਜ, ਸੁਬਹ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਕੱਪ ਉਤਾਰ। ਊਜੂ ਸਾਜ ਦਾ ਮਤਲਬ ਹੁੰਦਾ ਹੈ 5 ਇਸ਼ਨਾਨਾ ਕਰਨਾ। 5 ਇਸ਼ਨਾਨਾ ਤੋਂ ਮਤਲਬ ਹੈ ਮੂੰਹ ਹੱਥ ਧੋਣਾ, ਪੈਰ ਧੋਣੇ। ਇਸ ਨੂੰ ਉਜੂ ਸਾਜਣਾ ਆਖਦੇ ਨੇ ਇਸਲਾਮ ਦੀ ਬੋਲੀ ਵਿੱਚ। ਤੇ ਫਰੀਦ ਸਾਹਿਬ ਆਪਣੇ ਆਪ ਨੂੰ ਹੀ ਆਖਦੇ ਨੇ ਕਿ ਹੇ ਫਰੀਦ ਉੱਠ, ਸੁਬਹ ਹੋ ਗਈ ਹੈ, ਭਾਵ ਅੰਮ੍ਰਿਤ ਵੇਲਾ ਹੋ ਗਿਆ ਹੈ, ਤੇ 5 ਇਸ਼ਨਾਨਾ ਕਰ, ਤੇ ਸੁਬਹ ਦੀ ਜਿਹੜੀ ਪਹਿਲੀ ਨਮਾਜ਼ ਏ ਉਸ ਨੂੰ ਅਦਾ ਕਰ।
ਜਦੋਂ ਇਹ ਇਸਲਾਮ ਮਤ ਦੇ ਲੋਕ ਨਮਾਜ਼ ਪੜ੍ਹਦੇ ਨੇ ਤੇ ਉਹ ਬਾਰ-ਬਾਰ ਅੱਲਾ ਅੱਗੇ, ਪ੍ਰਮਾਤਮਾ ਅੱਗੇ ਸਿਰ ਝੁਕਾਉਂਦੇ ਨੇ, ਬਾਰ-ਬਾਰ ਜ਼ਮੀਨ ਤੇ ਆਪਣਾ ਮੱਥਾ ਲਾਉਂਦੇ ਨੇ। ਫਰੀਦ ਸਾਹਿਬ ਆਖਦੇ ਨੇ, ਜੋ ਸਿਰ ਸਾਈਂ ਨਾ ਨਿਵੈ, ਜਿਹੜਾ ਸਿਰ ਆਪਣੇ ਸਾਈਂ ਅੱਗੇ, ਆਪਣੇ ਅੱਲਾ ਅੱਗੇ ਝੁਕਦਾ ਨਹੀਂ, ਸੋ ਸਿਰ ਕੱਪ ਉਤਾਰ। ਕੱਪ ਉਤਾਰ ਤੋਂ ਮਤਲਬ ਇਹ ਕੱਟ ਕੇ ਲਾਹ ਦੇ, ਉਹਨੂੰ ਪਰੇ ਕਰ ਦੇ। ਸੋ ਇਹ ਸਨ ਇਸ ਸ਼ਲੋਕ ਦੇ ਅੱਖਰੀ ਅਰਥ। ਆਪਾਂ ਥੋੜ੍ਹਾ ਜਿਹਾ ਇਸ ਨੂੰ ਹੋਰ ਆਪਣੇ ਤੇ ਵੀ ਲਾ ਕੇ ਵੇਖੀਏ ਤੇ ਨਾਲੇ ਥੋੜ੍ਹਾ ਜਿਹਾ ਗਹਿਰਾਈ ਵਿੱਚ ਉਤਰ ਕੇ ਵੇਖੀਏ ਕਿ ਫਰੀਦ ਸਾਹਿਬ ਸਾਨੂੰ ਕੀ ਆਖਦੇ ਨੇ। ਕਿਉਂਕਿ ਜਿਹੜਾ ਗੁਰਬਾਣੀ ਦਾ ਜਾਂ ਮਹਾਂਪੁਰਸ਼ਾਂ ਦਾ ਉਪਦੇਸ਼ ਹੁੰਦਾ ਹੈ, ਉਹ ਸਾਰੀ ਮਨੁੱਖਤਾ ਲਈ ਸਾਂਝਾ ਹੁੰਦਾ ਹੈ, ਇਕੱਲਾ ਨਾ ਇਸਲਾਮ ਵਾਸਤੇ, ਨਾ ਇਕੱਲਾ ਸਿੱਖਾਂ ਲਈ ਤੇ ਨਾ ਇਕੱਲਾ ਕਿਸੇ ਹੋਰ ਕੌਮ ਲਈ। ਮਹਾਂਪੁਰਸ਼ਾਂ ਦਾ ਉਪਦੇਸ਼ ਸਾਰੀ ਖਲਕਤ ਲਈ ਇੱਕੋ ਜਿਹਾ ਹੁੰਦਾ ਹੈ। ਜੇ ਅੱਜ ਫਰੀਦ ਸਾਹਿਬ ਆਖਦੇ ਨੇ, ਉੱਠ ਫਰੀਦਾ ਊਜੂ ਸਾਜ, ਤੇ ਜੇ ਆਪਾਂ ਸਾਰੇ ਜਣੇ ਆਪਣੇ ਆਪੇ ਨੂੰ ਆਖੀਏ ਤੇ ਆਖੀਏ ਕਦੋਂ? ਕੱਲ ਨੂੰ ਸਵੇਰੇ ਜਦੋਂ ਅੰਮ੍ਰਿਤ ਵੇਲਾ ਹੋਏਗਾ, ਜਦੋਂ ਸੁਬਹ ਹੋਏਗੀ, ਉਸ ਵੇਲੇ ਆਪਾਂ ਸਾਰੇ ਜਣੇ ਆਪਣੇ ਆਪ ਨੂੰ ਆਖੀਏ, ਉੱਠ ਮੇਰੇ ਮਨਾ। ਜਿਵੇਂ ਫਰੀਦ ਜੀ ਨੇ ਆਖਿਆ, ਉੱਠ ਫਰੀਦਾ, ਉੱਠ ਮੇਰੇ ਮਨਾ, ਐ ਮੇਰੇ ਸਰੀਰ ਤੂੰ ਸਾਵਧਾਨ ਹੋ। ਉੱਠ ਤੇ ਉੱਠ ਕੇ ਕੀ ਕਰ? ਅਸੀਂ ਉਜੂ ਸਾਜ ਦੀ ਥਾਂ ਆਖੀਏ ਇਸ਼ਨਾਨ ਕਰ। ਕਿਉਂਕਿ ਗੁਰੂ ਸਾਹਿਬ ਨੇ ਨਾ ਆਪਾਂ ਨੂੰ ਇਹ ਬਚਨ ਲਿਖ ਕੇ ਦਿੱਤੇ ਹੋਏ ਨੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਹੈ ਮੇਰੇ ਮਨਾ, ਉੱਠ ਅੰਮ੍ਰਿਤ ਵੇਲਾ ਹੋਇਆ ਹੈ, ਉੱਠ ਕੇ ਇਸ਼ਨਾਨ ਕਰ। ਸੁਬਹ ਨਿਵਾਜ ਗੁਜ਼ਾਰ, ਸਿਮਰ ਪ੍ਰਭ ਆਪਣਾ। ਉੱਠ ਇਸ਼ਨਾਨ ਪਾਣੀ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਵਿੱਚ ਜੁੜ। ਉੱਠ ਇਸ਼ਨਾਨ ਪਾਣੀ ਕਰਕੇ ਨਿਤਨੇਮ ਦੀ ਬਾਣੀ ਦਾ ਪਾਠ ਕਰ। ਇਸ ਤਰ੍ਹਾਂ ਆਪਾਂ ਆਪਣੇ ਆਪ ਨੂੰ ਆਖਣਾ ਹੈ। ਸਵੇਰੇ ਜਦੋਂ ਭਲਕੇ ਤੜਕੇ ਅੰਮ੍ਰਿਤ ਵੇਲਾ ਹੋਏਗਾ ਉਦੋਂ। ਫਿਰ ਇਹ ਗੱਲ ਆਖਣੀ ਹੈ, ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਕੱਪ ਉਤਾਰ। ਹੁਣ ਅਸੀਂ ਫਿਜ਼ੀਕਲੀ, ਭੌਤਿਕ ਤੌਰ ਤੇ ਆਪਣੇ ਸਰੀਰ ਨੂੰ, ਆਪਣੇ ਸਿਰ ਨੂੰ ਸਰੀਰ ਤੋਂ ਵੱਖਰਾ ਨਹੀਂ ਕਰ ਸਕਦੇ। ਇਸ ਨੂੰ ਕੱਟ ਕੇ ਇਹਦੇ ਤੋਂ ਉਤਾਰ ਨਹੀਂ ਸਕਦੇ। ਨਾ ਹੀ ਫਰੀਦ ਜੀ ਇਸ ਤਰ੍ਹਾਂ ਦੀ ਕੋਈ ਗੱਲ ਕਰਦੇ ਨੇ ਵੀ ਉਹਦਾ ਸਿਰ ਹੀ ਲਾਹ ਦਿਓ ਜਿਹੜਾ ਝੁਕਦਾ ਨਹੀਂ। ਅਸਲ ਵਿੱਚ ਇਹ ਹੁੰਦਾ ਹੈ ਕਿ ਆਪਣੀ ਆਪਣੱਤ ਨੂੰ ਛੱਡ ਦੇ, ਆਪਣੀ ਹਉਮੈ ਨੂੰ ਤਿਆਗ ਦੇ ਤੇ ਆਪਣੇ ਮਾਲਕ ਦੇ ਅੱਗੇ ਸਮਰਪਿਤ ਹੋ ਜਾ। ਜਿਹੜਾ ਮਨੁੱਖ ਆਪਣੀ ਹਉਮੈ ਨਹੀਂ ਛੱਡਦਾ ਤੇ ਆਪਣੇ ਮਾਲਕ ਦੇ ਅੱਗੇ ਸਮਰਪਿਤ ਨਹੀਂ ਹੁੰਦਾ, ਉਹਦਾ ਅੰਮ੍ਰਿਤ ਵੇਲੇ ਉੱਠ ਕੇ ਕੀਤਾ ਹੋਇਆ ਇਸ਼ਨਾਨ, ਅੰਮ੍ਰਿਤ ਵੇਲੇ ਉੱਠ ਕੇ ਪੜ੍ਹਿਆ ਹੋਇਆ ਪਾਠ ਵੀ ਅਜਾਈਂ ਚਲਾ ਜਾਏਗਾ। ਸੋ ਫਰੀਦ ਸਾਹਿਬ ਸਾਨੂੰ ਇਹ ਗੱਲ ਸਮਝਾਉਂਦੇ ਨੇ ਕਿ ਐ ਭਾਈ, ਤੁਸੀਂ ਸਾਰੇ ਜਣੇ ਆਪੋ ਆਪਣੇ ਅੰਦਰ ਝਾਤੀ ਮਾਰੋ, ਆਪਣੇ ਮਨ ਨੂੰ ਆਖੋ, ਆਪਣੇ ਤਨ ਨੂੰ ਆਖੋ ਵੀ ਸੁਬਹ ਹੋ ਗਈ ਏ, ਉੱਠ ਇਸ਼ਨਾਨ ਪਾਣੀ ਕਰ, ਸੁਚੇਤ ਹੋ, ਬੰਦਗੀ ਵਿੱਚ ਜੁੜ। ਤੇ ਜਿਹੜਾ ਇਨਸਾਨ ਇਹ ਕੰਮ ਨਹੀਂ ਕਰਦਾ, ਉਹ ਹਉਮੈ ਵਿੱਚ ਜ਼ਿੰਦਗੀ ਬਿਤਾਉਂਦਾ ਹੈ। ਤੇ ਹਉਮੈ ਸਾਨੂੰ ਤਿਆਗ ਕੇ ਆਪਣੇ ਸਾਈਂ ਦੇ ਸਮਰਪਿਤ ਹੋ ਜਾਣਾ ਚਾਹੀਦਾ। ਇਹ ਸਾਨੂੰ ਸਿੱਖਿਆ ਮਿਲਦੀ ਏ ਭਗਤ ਫਰੀਦ ਸਾਹਿਬ ਜੀ ਦੇ ਸ਼ਲੋਕ ਵਿੱਚੋਂ। ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਲਿਖਿਆ ਹੈ, ਧ੍ਰਿਗ ਸਿਰ ਜੋ ਗੁਰ ਨਾ ਨਿਵੈ, ਗੁਰ ਲੱਗੇ ਨਾ ਚਰਨੀ। ਹੁਣ ਫਰੀਦ ਸਾਹਿਬ ਨੇ ਆਖਿਆ ਕਿ ਉਹ ਸਿਰ ਨੂੰ ਕੱਟ ਕੇ ਉਤਾਰ ਹੀ ਦਿਓ।
ਤੇ ਭਾਈ ਗੁਰਦਾਸ ਆਖਦੇ ਨੇ, ਫਿਟਕਾਰ ਹੈ ਉਸ ਸਿਰ ਨੂੰ, ਤਿਰਕਾਰ ਹੈ ਉਸ ਸਿਰ ਨੂੰ, ਜਿਹੜਾ ਗੁਰੂ ਦੇ ਅੱਗੇ ਨਹੀਂ ਝੁਕਦਾ, ਜਿਹੜਾ ਗੁਰੂ ਦੇ ਚਰਨੀ ਨਹੀਂ ਲੱਗਦਾ। ਇਹਦਾ ਵੀ ਭਾਵ ਬਿਲਕੁਲ ਉਹੋ ਹੀ ਏ। ਨਿਵਣ ਤੋਂ ਭਾਵ ਏ ਹਉਮੈ ਛੱਡਣੀ ਤੇ ਨਿਮਰਤਾ ਵਿੱਚ ਰਹਿਣਾ। ਚਰਨੀ ਲੱਗਣ ਤੋਂ ਭਾਵ ਵੀ ਨਿਮਰਤਾ ਵਿੱਚ ਹੀ ਹੋਣਾ ਹੁੰਦਾ ਹੈ। ਗੁਰੂ ਜੀ ਨੇ ਬਾਰ-ਬਾਰ ਗੁਰੂ ਦੇ ਚਰਨਾਂ ਦੀ ਗੱਲ ਕੀਤੀ ਏ, ਸਾਧੂਆਂ ਦੇ ਚਰਨਾਂ ਦੀ ਧੂੜ ਲੈਣ ਦੀ ਗੱਲ ਕੀਤੀ ਏ। ਉਹਦਾ ਮਤਲਬ ਵੀ ਨਿਮਰਤਾ ਵਿੱਚ ਹੀ ਆਉਣਾ ਹੈ ਤੇ ਹਉਮੈ ਦਾ ਤਿਆਗ ਕਰਨਾ ਹੈ। ਹੋਰ ਕੋਈ ਕਿਸੇ ਦੀ ਮਿੱਟੀ ਨੂੰ ਚੁੱਕ ਕੇ ਮੂੰਹ ਤੇ ਨਹੀਂ ਮਲਣਾ। ਸੋ ਲਾਹਨਤ ਹੈ, ਤਿਰਕਾਰ ਹੈ ਉਸ ਸਿਰ ਨੂੰ, ਜਿਹੜਾ ਸਿਰ ਗੁਰੂ ਦੇ ਅੱਗੇ ਨਹੀਂ ਝੁਕਦਾ, ਭਾਵ ਜਿਹੜਾ ਨਿਮਰਤਾ ਵਿੱਚ ਨਹੀਂ ਆਉਂਦਾ, ਜਿਹੜਾ ਅਹਮ ਦਾ ਨਹੀਂ ਤਿਆਗ ਕਰਦਾ, ਜਿਹੜਾ ਗੁਰੂ ਦੇ ਚਰਨੀ ਨਹੀਂ ਲੱਗਦਾ, ਉਹ ਤਿਰਕਾਰ ਯੋਗ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ, ਭਾਮ ਸੁਹਾਵੇ ਜਾਂ ਤੋ ਧਿਰ ਜੁਲਦੇ, ਉਹ ਪੈਰ ਸ਼ੋਭਨੀਕ ਹਨ ਜਿਹੜੇ ਪਰਮਾਤਮਾ ਦੇ ਰਾਹ ਨੂੰ ਤੁਰਦੇ ਨੇ, ਰਾਹ ਵਾਲੇ ਪਾਸੇ ਨੂੰ ਤੁਰਦੇ ਨੇ। ਸੀਸ ਸੁਹਾਵਾ ਚਰਨੀ, ਉਹ ਸਿਰ ਵੀ ਸੋਹਣਾ ਤੇ ਸ਼ੋਭਨੀਕ ਏ ਜਿਹੜਾ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਝੁਕਦਾ ਏ। ਮੁਖ ਸੁਹਾਵਾ ਜਾਂ ਤੋ ਜਸ ਗਾਵੇ, ਸੁਭਾ ਨਿਵਾਜ ਗੁਜ਼ਾਰ, ਤੋਂ ਭਾਵੇ ਵਾਹਿਗੁਰੂ ਜੀ ਦਾ ਜਸ ਗਾਉਣਾ। ਉਹ ਮੁਖ ਸੋਭਨੀਕ ਏ ਜਿਹੜਾ ਵਾਹਿਗੁਰੂ ਜੀ ਦਾ ਜਸ ਗਾਉਂਦਾ ਹੈ। ਜੀਉ ਪਿਆ ਤੋ ਸ਼ਰਨੀ, ਉਹ ਜਿੰਦ, ਉਹ ਜੀਵ ਭਾਗਾਂ ਵਾਲਾ ਏ ਜਿਹੜਾ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਆ ਜਾਂਦਾ, ਜਿਹੜਾ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਆ ਜਾਂਦਾ ਹੈ। ਸੋ ਸਾਨੂੰ ਇਹ ਸਾਰੀਆਂ ਚੀਜ਼ਾਂ ਪੜ੍ਹ ਕੇ, ਸੁਣ ਕੇ, ਸਮਝ ਕੇ ਇਸ ਸਿੱਟੇ ਤੇ ਪਹੁੰਚਣਾ ਚਾਹੀਦਾ ਹੈ ਕਿ ਸਾਨੂੰ ਇੱਕ ਤਾਂ ਅੰਮ੍ਰਿਤ ਵੇਲਾ ਸੰਭਾਲਣਾ ਚਾਹੀਦਾ, ਉਸ ਨੂੰ ਅਜਾਈਂ ਨਹੀਂ ਗਵਾਉਣਾ ਚਾਹੀਦਾ। ਕਿਸੇ ਕਾਰਨ ਤੁਸੀਂ ਇਸ਼ਨਾਨ ਨਾ ਕਰ ਸਕੋ ਤੇ ਕੋਈ ਗੱਲ ਨਹੀਂ, ਕਿਸੇ ਕਾਰਨ 5 ਇਸ਼ਨਾਨਾਂ ਵੀ ਨਾ ਹੋਵੇ ਤੇ ਕੋਈ ਗੱਲ ਨਹੀਂ, ਲੇਕਿਨ ਜ਼ਰੂਰੀ ਇੱਕ ਗੱਲ ਏ, ਨਿਮਾਜ਼ ਗੁਜ਼ਾਰਨੀ, ਸਿਮਰਨ ਕਰਨਾ, ਬਾਣੀ ਪੜ੍ਹਨੀ, ਇਹ ਚੀਜ਼ਾਂ ਜ਼ਿਆਦਾ ਜ਼ਰੂਰੀ ਨੇ ਉਜੂ ਸਾਜਣ ਨਾਲੋਂ। ਉਜੂ ਸਾਜਣਾ, 5 ਇਸ਼ਨਾਨਾਂ ਕਰਨਾ, ਇਸ਼ਨਾਨ ਕਰਨਾ, ਇਹਦਾ ਤੇ ਰੱਬ ਦਾ ਆਪਸ ਵਿੱਚ ਕੋਈ ਵੀ ਸੰਬੰਧ ਨਹੀਂ। ਇਹਦਾ ਸੰਬੰਧ ਸਿਰਫ ਸਾਡੇ ਸਰੀਰ ਨਾਲ ਏ। ਉਜੂ ਸਾਜਣ ਨਾਲ, 5 ਇਸ਼ਨਾਨਾਂ ਕਰਨ ਨਾਲ, ਇਸ਼ਨਾਨ ਕਰ ਲੈਣ ਨਾਲ ਅਸੀਂ ਸੁਚੇਤ ਹੋ ਜਾਂਦੇ ਹਾਂ। ਸਾਡੀ ਨੀਂਦਰ, ਸਾਡਾ ਆਲਸ ਸਾਡੇ ਤੋਂ ਦੂਰ ਹੋ ਜਾਂਦਾ ਹੈ। ਬਸ ਇਸ਼ਨਾਨ ਕਰਨਾ ਹੈ, ਉਜੂ ਸਾਜਣਾ ਹੈ, ਸੁਚੇਤਤਾ ਵਾਸਤੇ, ਸਰੀਰ ਦੀ ਸ਼ੁੱਧੀ ਵਾਸਤੇ, ਜਾਗਰਤਤਾ ਵਾਸਤੇ। ਲੇਕਿਨ ਜ਼ਰੂਰੀ ਹੈ ਨਿਵਾਜ਼ ਗੁਜ਼ਾਰਨਾ, ਜ਼ਰੂਰੀ ਹੈ ਵਾਹਿਗੁਰੂ ਜੀ ਦੀ ਸਿਫਤ ਕਰਨਾ, ਜ਼ਰੂਰੀ ਹੈ ਵਾਹਿਗੁਰੂ ਜੀ ਦੇ ਨਾਮ ਸਿਮਰਨ ਵਿੱਚ ਜੁੜਨਾ। ਸੋ ਇਸ ਸ਼ਲੋਕ ਨੰਬਰ 71 ਵਿੱਚੋਂ ਸਾਨੂੰ ਕੁਝ ਇਹੋ ਜਿਹੀ ਸਿੱਖਿਆ ਮਿਲਦੀ ਏ ਭਗਤ ਫਰੀਦ ਸਾਹਿਬ ਜੀ ਵੱਲੋਂ ਕਿ ਸਾਨੂੰ ਸਭਨਾਂ ਨੂੰ ਚਾਹੀਦਾ ਅਸੀਂ ਅੰਮ੍ਰਿਤ ਵੇਲਾ ਜ਼ਰੂਰ ਸੰਭਾਲਿਆ ਕਰੀਏ। ਆਪਾਂ ਗੁਰੂ ਨਾਨਕ ਸਾਹਿਬ ਦਾ ਜਦੋਂ ਜੀਵਨ ਪਿੱਛੇ ਜੇ ਪੜ੍ਹਦੇ ਸਾਂ ਤੇ ਉਦੋਂ ਇਹ ਗੱਲ ਸਮਝ ਲਈ ਸੀ ਚੰਗੀ ਤਰ੍ਹਾਂ ਕਿ ਗੁਰੂ ਨਾਨਕ ਸਾਹਿਬ ਜਦੋਂ ਛੋਟੀ ਜੀ ਉਮਰ ਵਿੱਚ ਸਨ, ਸਰੀਰਕ ਤੌਰ ਤੇ ਬਾਲਪਨ ਸੀ ਉਹਨਾਂ ਉੱਤੇ, ਅਜੇ ਉਹ ਇਸ਼ਨਾਨ ਕਰਨ ਦੇ ਸਮਰੱਥ ਨਹੀਂ ਸਨ, ਅਜੇ ਉੱਠ ਕੇ ਉਹ 5 ਇਸ਼ਨਾਨਾਂ ਵੀ ਨਹੀਂ ਸਨ ਕਰ ਸਕਦੇ। ਲੇਕਿਨ ਇਤਿਹਾਸ ਵਿੱਚ ਲਿਖਿਆ ਹੈ ਕਿ ਉਹ ਅੰਮ੍ਰਿਤ ਵੇਲੇ ਸੌਂਦੇ ਨਹੀਂ ਸਨ। ਉਹ ਜੇ ਮਾਤਾ ਜੀ ਦੇ ਨਾਲ ਬਿਸਤਰੇ ਤੇ ਪਏ ਹੋਏ ਨੇ ਤੇ ਜਾਗਦੇ ਹਨ, ਸੁੱਤੇ ਹੋਏ ਨਹੀਂ ਹਨ। ਥੋੜੇ ਜਿਹੇ ਵੱਡੇ ਹੋਏ ਸਨ ਤੇ ਮਾਤਾ ਜੀ ਨੇ ਦੱਸਿਆ ਸੀ ਕਿ ਉਸ ਜਿਸ ਬਿਸਤਰੇ ਤੇ ਮਾਤਾ ਜੀ ਆਪਣੇ ਨਾਲ ਬੱਚੇ ਨੂੰ ਪਾਇਆ ਕਰਦੇ ਸਨ,
ਮਾਤਾ ਜੀ ਅਜੇ ਸਵੇਰੇ ਆਰਾਮ ਵਾਲੀ ਹਾਲਤ ਵਿੱਚ ਹੁੰਦੇ ਸਨ, ਪਰ ਗੁਰੂ ਨਾਨਕ ਉਹਨਾਂ ਦੇ ਨਾਲ ਉੱਠ ਕੇ ਚੌਂਕੜੀ ਲਾ ਕੇ ਬੈਠੇ ਹੋਇਆ ਕਰਦੇ ਸਨ। ਇਹਦਾ ਮਤਲਬ ਹੈ ਅੰਮ੍ਰਿਤ ਵੇਲਾ ਸੰਭਾਲਣਾ, ਜਾਗਣਾ, ਸੁਚੇਤ ਹੋਣਾ, ਵਾਹਿਗੁਰੂ ਜੀ ਦੀ ਭਗਤੀ ਵਿੱਚ ਜੁੜਨਾ, ਉਹਦੇ ਸਿਮਰਨ ਵਿੱਚ ਬੈਠਣਾ, ਉਹਦੇ ਧਿਆਨ ਵਿੱਚ ਬੈਠਣਾ। ਇਹੋ ਹੀ ਅੱਜ ਸਾਨੂੰ ਬਾਬਾ ਜੀ ਸ਼ਲੋਕ ਨੰਬਰ 71 ਵਿੱਚ ਸਿੱਖਿਆ ਦਿੰਦੇ ਨੇ। ਫਿਰ ਸ਼ਲੋਕ ਨੰਬਰ 72 ਵਿੱਚ ਉਹਨਾਂ ਨੇ ਹੋਰ ਇਸੇ ਗੱਲ ਨੂੰ ਅੱਗੇ ਤੋਰਿਆ ਹੈ। ਕਹਿੰਦੇ ਨੇ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ। ਇਹ ਨਾ ਇੱਕ ਸਵਾਲੀਆ ਫਿਕਰਾ ਏ ਕਿ ਜਿਹੜਾ ਬੰਦਾ ਆਪਣੀ ਆਪਣੱਤ ਨਹੀਂ ਛੱਡਦਾ, ਹਉਮੈ ਦਾ ਤਿਆਗ ਨਹੀਂ ਕਰਦਾ, ਜਿਹੜਾ ਮਨੁੱਖ ਨਿਮਰਤਾ ਵਿੱਚ ਨਹੀਂ ਆਉਂਦਾ, ਉਹਦੇ ਸਿਰ ਨੂੰ ਕੀ ਕੀਤਾ ਜਾਏ? ਕਿਉਂਕਿ ਪਿੱਛੇ ਆਖਿਆ ਸੋ ਸਿਰ ਕੱਪ ਉਤਾਰ, ਉਹਨੂੰ ਕੱਟ ਕੇ ਲਾਹ ਹੀ ਦਿਓ। ਲੇਕਿਨ ਹੁਣ ਸਵਾਲ ਕਰਦੇ ਨੇ ਕਿ ਉਸ ਸਿਰ ਨੂੰ ਸੋ ਸਿਰ ਕੀਜੈ ਕਾਏ। ਕਾਏ ਤੋਂ ਮਤਲਬ ਹੈ ਉਹਦਾ ਕੀ ਕਰੀਏ ਹੁਣ? ਫਿਰ ਆਖਿਆ ਕੁੰਨੇ ਹੇਠ ਜਲਾਈਐ ਬਾਲਣ ਸੰਧੈ ਥਾਏ। ਉਹਦਾ ਜਵਾਬ ਦਿੱਤਾ ਵੀ ਉਹ ਸਿਰ ਦਾ ਕੀ ਕਰਨਾ ਹੈ। ਕੁੰਨੇ ਹੇਠ ਦਾ ਮਤਲਬ ਹੈ ਹਾਂਡੀ ਥੱਲੇ, ਯਾਨੀ ਚੁੱਲ੍ਹੇ ਵਿੱਚ। ਅੱਜ ਤੇ ਸ਼ਾਇਦ ਅੱਜ ਦੇ ਬੱਚਿਆਂ ਨੂੰ ਚੁੱਲ੍ਹੇ ਦਾ ਪਤਾ ਵੀ ਨਹੀਂ ਹੋਣਾ, ਚੁੱਲ੍ਹਾ ਕਿਹਨੂੰ ਕਹਿੰਦੇ ਨੇ। ਪਰ ਪੁਰਾਣੇ ਸਮੇਂ 'ਚ ਆਪਾਂ ਆਪਣੇ ਘਰਾਂ ਵਿੱਚ ਚੁੱਲ੍ਹੇ ਹੀ ਬਾਲਦੇ ਹੁੰਦੇ ਸਾਂ। ਉਹਨਾਂ ਵਿੱਚ ਲੱਕੜ ਬਾਲਣ ਜਾਂ ਜੋ ਵੀ ਮਿਲਦਾ ਥੱਲੇ ਬਾਲਣ ਲਈ ਉਹ ਆਪਾਂ ਬਾਲਿਆ ਕਰਦੇ ਸਨ ਤੇ ਉਹਦੇ ਉੱਤੇ ਇੱਕ ਭਾਂਡਾ ਰੱਖਦੇ ਜਿਹਦੇ ਵਿੱਚ ਆਪਾਂ ਕੁਝ ਬਣਾਉਂਦੇ ਸਾਂ। ਉਸ ਨੂੰ ਕੁੰਨਾ ਆਖਦੇ ਨੇ। ਕੁੰਨੇ ਹੇਠ ਜਲਾਈ ਹੈ, ਭਾਵ ਚੁੱਲ੍ਹੇ ਵਿੱਚ ਪਾ ਕੇ ਸਾੜ ਦੇਣਾ ਚਾਹੀਦਾ ਹੈ। ਬਾਲਣ ਸੰਧੈ ਥਾਏ, ਬਾਲਣ ਦੀ ਥਾਂ, ਬਾਲਣ ਦੀ ਥਾਂ ਉਸ ਸਿਰ ਨੂੰ ਡਾਹ ਦੇਣਾ ਚਾਹੀਦਾ ਹੈ। ਕਿ ਸੱਚੀ ਮੁੱਚੀ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਕਿ ਬਾਲਣ ਦੀ ਥਾਂ ਸਿਰ ਬਾਲਿਆ ਜਾ ਸਕਦਾ ਚੁੱਲ੍ਹੇ ਵਿੱਚ? ਇਸ ਤਰ੍ਹਾਂ ਕਦੀ ਨਹੀਂ ਕੀਤਾ ਜਾ ਸਕਦਾ। ਸਿਰਫ ਫਰੀਦ ਜੀ ਸਾਨੂੰ ਇਹ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਕਿੰਨਾ ਜ਼ਰੂਰੀ ਹੈ ਪ੍ਰਭੂ ਦੀ ਭਗਤੀ ਕਰਨਾ, ਕਿੰਨਾ ਜ਼ਰੂਰੀ ਹੈ ਸਾਈਂ ਅੱਗੇ ਸਿਰ ਝੁਕਾਉਣਾ, ਕਿੰਨਾ ਜ਼ਰੂਰੀ ਹੈ ਨਿਮਰਤਾ ਵਿੱਚ ਆਉਣਾ ਤੇ ਅਹੰਕਾਰ ਦਾ ਤਿਆਗਣਾ। ਜਿਹੜੇ ਲੋਕ ਇਹ ਕੰਮ ਨਹੀਂ ਕਰਦੇ, ਪ੍ਰਭੂ ਦੀ ਭਗਤੀ ਨਹੀਂ ਕਰਦੇ, ਸਾਈਂ ਦੀ ਯਾਦ ਵਿੱਚ ਨਹੀਂ ਜੁੜਦੇ, ਬਸ ਉਹਨਾਂ ਦਾ ਸਿਰ ਤੇ ਇਸ ਤਰ੍ਹਾਂ ਹੀ ਹੈ ਜਿਵੇਂ ਉਹ ਚੁੱਲ੍ਹੇ ਵਿੱਚ ਹੀ ਸੜਦਾ ਹੈ ਪਿਆ, ਹੋਰ ਕੁਝ ਵੀ ਨਹੀਂ। ਸੋ ਇਸ ਗੱਲ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬੜਾ ਸਪਸ਼ਟ ਕੀਤਾ ਹੈ। ਵੇਖੋ, ਜਦੋਂ ਆਪਾਂ ਨਾ ਇਸ ਤਰ੍ਹਾਂ ਬਾਣੀ ਨੂੰ ਆਹਮਣੇ ਸਾਹਮਣੇ ਰੱਖ ਕੇ ਪੜ੍ਹਦੇ ਹਾਂ ਤੇ ਬੜੀਆਂ ਚੀਜ਼ਾਂ ਸਾਂਝੀਆਂ ਨੇ ਬਾਣੀ ਵਿੱਚ। ਗੁਰੂ ਅੰਗਦ ਦੇਵ ਮਹਾਰਾਜ ਦਾ ਬਚਨ ਤੇ ਬਾਬਾ ਫਰੀਦ ਦਾ ਬਚਨ, ਉਹਨਾਂ ਨੇ ਆਖਿਆ ਸੀ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਤੇ ਗੁਰੂ ਅੰਗਦ ਦੇਵ ਜੀ ਕੀ ਆਖਦੇ ਨੇ? ਜੋ ਸਿਰ ਸਾਈਂ ਨਾ ਨਿਵੈ। ਇਹ ਸ਼ਬਦ ਜਿਹੜੇ ਨੇ ਨਾ ਇੱਥੋਂ ਤੱਕ ਕਿ ਬਿਲਕੁਲ ਬਾਬਾ ਫਰੀਦ ਜੀ ਦੇ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਇੱਕੋ ਜਿਹੇ ਨੇ, ਇਹਨਾਂ 'ਚ ਕੋਈ ਵੀ ਫਰਕ ਨਹੀਂ। ਲੇਕਿਨ ਫਰੀਦ ਜੀ ਨੇ ਆਖਿਆ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ, ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਖਿਆ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਦੀਜੈ ਡਾਰ। ਡਾਰ ਦਾ ਮਤਲਬ ਹੈ ਪਰੇ ਸੁੱਟ ਦੇਣਾ। ਉਸ ਸਿਰ ਨੂੰ ਤੇ ਪਰੇ ਸੁੱਟ ਹੀ ਦੇਣਾ ਚਾਹੀਦਾ ਜਿਹੜਾ ਸਿਰ ਸਾਈਂ ਅੱਗੇ ਝੁਕਦਾ ਨਹੀਂ। ਤੇ ਝੁਕਣ ਤੋਂ ਗੱਲ ਆਪਾਂ ਪੱਕੀ ਆਪਣੇ ਮਨ ਵਿੱਚ ਰੱਖਣੀ ਹੈ, ਨਿਮਰਤਾ ਵਿੱਚ ਆਉਣਾ, ਆਪਣਾ ਆਪਾ ਗੁਰੂ ਅੱਗੇ, ਪਰਮੇਸ਼ਵਰ ਅੱਗੇ ਸਮਰਪਿਤ ਕਰਨਾ, ਹਉਮੈ ਦਾ ਤਿਆਗ ਕਰਨਾ। ਭਾਵੇਂ ਅਸੀਂ ਜਦੋਂ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆਉਂਦੇ ਹਾਂ, ਗੁਰਦੁਆਰੇ ਆਉਂਦੇ ਹਾਂ, ਆ ਕੇ ਆਪਾਂ ਮੱਥਾ ਜ਼ਰੂਰ ਟੇਕਣਾ ਹੈ, ਗੁਰੂ ਮਹਾਰਾਜ ਨੂੰ ਅਦਬ ਤੇ ਸਤਿਕਾਰ ਜ਼ਰੂਰ ਦੇਣਾ ਹੈ। ਲੇਕਿਨ ਇਸ ਤੋਂ ਵੀ ਵੱਡੀ ਗੱਲ ਹੈ ਉਸ ਦੇ ਹੁਕਮ ਨੂੰ ਮੰਨਣਾ। ਤੁਧ ਨੂੰ ਨਿਵਨ ਮੰਨਣ ਤੇਰਾ ਨਾਮ। ਉਸ ਦੇ ਹੁਕਮ ਨੂੰ ਸੱਤ ਕਰਕੇ ਮੰਨਣਾ, ਉਸ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ। ਦੁੱਖ ਮਿਲੇ ਸੁੱਖ ਮਿਲੇ, ਵਾਧਾ ਹੋਵੇ ਘਾਟਾ ਹੋਵੇ, ਇੱਜ਼ਤ ਹੋਵੇ ਬੇਇੱਜ਼ਤੀ ਹੋਵੇ,
ਸਾਈਂ ਦਾ ਦਰ ਨਹੀਂ ਛੱਡਣਾ, ਉਹਦੀ ਰਜ਼ਾ ਜਾਣ ਕੇ ਸਭ ਕੁਝ ਨੂੰ ਸਹਿਣ ਕਰਨਾ। ਇਹ ਹੈ ਸਾਈਂ ਅੱਗੇ ਝੁਕਣਾ, ਇਹ ਹੈ ਸਾਈਂ ਅੱਗੇ ਨਿਉ ਜਾਣਾ। ਭਾਵ ਆਪਣਾ ਆਪਾ ਸਮਰਪਿਤ ਕਰ ਦੇਣਾ ਤੇ ਉਹਦੀ ਰਜ਼ਾ ਵਿੱਚ ਰਾਜੀ ਰਹਿਣਾ। ਇਸ ਨੂੰ ਗੁਰੂ ਅੰਗਦ ਦੇਵ ਮਹਾਰਾਜ ਆਖਦੇ ਨੇ, ਜਿਹੜਾ ਇਹ ਕਰਮ ਨਹੀਂ ਕਰਦਾ ਸੋ ਸਿਰ ਦੀਜੈ ਡਾਰ, ਉਹਦੇ ਸਿਰ ਨੂੰ ਤੇ ਪਰੇ ਸੋਟੀ ਦੇਣਾ ਚਾਹੀਦਾ ਹੈ। ਭਾਵ ਉਹਦੇ ਵੱਲ ਧਿਆਨ ਹੀ ਨਹੀਂ ਲਿਜਾਣਾ ਚਾਹੀਦਾ। ਉਹ ਜੋ ਕੋਈ ਕਰਦਾ ਉਹਨੂੰ ਕਰਨ ਦਿਓ, ਤੁਸੀਂ ਆਹ ਚੀਜ਼ਾਂ ਕਰੋ ਜੋ ਸਾਨੂੰ ਦੱਸੀਆਂ ਜਾ ਰਹੀਆਂ। ਨਾਨਕ ਜਿਸ ਪਿੰਜਰ ਮਹਿ ਬਿਰਹਾ ਨਹੀਂ। ਬਿਰਹਾ ਦਾ ਆਪਾਂ ਪਿੱਛੇ ਜੇ ਅਰਥ ਕੀਤੇ ਸਨ ਵੈਰਾਗ। ਇਸ ਦਾ ਇੱਕ ਅਰਥ ਹੁੰਦਾ ਹੈ ਪਿਆਰ। ਜਿਸ ਪਿੰਜਰ ਮਹਿ ਬਿਰਹਾ ਨਹੀਂ। ਪਿੰਜਰ ਮਹਿ ਇੱਥੇ ਹੈ ਸਰੀਰ। ਜਿਸ ਸਰੀਰ ਵਿੱਚ ਪ੍ਰਭੂ ਦੇ ਪ੍ਰਤੀ ਪਿਆਰ ਨਹੀਂ, ਜਿਸ ਸਰੀਰ ਵਿੱਚ ਪ੍ਰਭੂ ਦੇ ਮਿਲਣ ਲਈ ਵੈਰਾਗ ਪੈਦਾ ਨਹੀਂ ਹੋਇਆ, ਸੋ ਪਿੰਜਰ ਲੈ ਜਾਰ। ਉਸ ਸਰੀਰ ਨੂੰ ਤੇ ਮਾਨੋ ਸਾੜ ਹੀ ਦੇਣਾ ਚਾਹੀਦਾ ਹੈ। ਸੋ ਇਹ ਜਿਹੜੇ ਬਚਨ ਨੇ ਇਹ ਸਾਨੂੰ ਸਮਝਾਉਂਦੇ ਨੇ ਕਿ ਸਾਨੂੰ ਆਪਣੇ ਅੰਦਰ ਪ੍ਰਭੂ ਦੇ ਪ੍ਰਤੀ ਪਿਆਰ ਪੈਦਾ ਕਰਨ ਦੀ ਲੋੜ ਹੈ। ਜਿਵੇਂ ਸਾਡਾ ਪਿਆਰ ਮਾਇਆ ਨਾਲ ਏ, ਜਿਵੇਂ ਸਾਡਾ ਪਿਆਰ ਪਰਿਵਾਰ ਨਾਲ ਏ, ਜਿਵੇਂ ਸਾਡਾ ਪਰਿਵਾਰ ਸਾਡੀਆਂ ਇਹਨਾਂ ਚੀਜ਼ਾਂ ਵਸਤਾਂ ਨਾਲ ਏ, ਜਿਵੇਂ ਸਾਡਾ ਪਿਆਰ ਸਾਡੇ ਸੱਜਣਾ ਮਿੱਤਰਾਂ ਨਾਲ ਏ, ਇਸ ਤੋਂ ਕਈ ਗੁਣਾ ਵਧੇਰੇ ਸਾਡਾ ਪਿਆਰ ਪ੍ਰਭੂ ਨਾਲ ਹੋਣਾ ਚਾਹੀਦਾ। ਜਿਵੇਂ ਮਾਇਆ ਗਈ ਤਬ ਰੋਵਣ ਲਗਤ ਹੈ। ਮਾਇਆ ਹੱਥੋਂ ਨਿਕਲ ਜਾਏ ਤੇ ਮੈਂ ਵੇਖਿਆ ਜੀ ਕਈ ਸਾਲ ਲੋਕੀ ਰੋਂਦੇ, ਮੈਂ ਆਪਣੇ ਅੱਖੀਂ ਵੇਖੇ ਨੇ। ਕਈ ਸਾਲ ਨੁਕਸਾਨ ਹੋਣ ਤੋਂ ਬਾਅਦ ਮਾਇਆ ਦਾ ਨੁਕਸਾਨ ਰੋਂਦੇ ਵੇਖੇ ਨੇ, ਤਾਹਾਂ ਮਾਰਦੇ ਵੇਖੇ ਨੇ, ਸਾਡੇ ਨਾਲ ਹੋ ਕੀ ਗਿਆ। ਇਹ ਹੈ ਮਾਇਆ ਦਾ ਪਿਆਰ, ਇਹ ਹੈ ਮਾਇਆ ਨਾਲ ਪਕੜ। ਜਦੋਂ ਰੱਬ ਨਾ ਚੇਤੇ ਆਵੇ, ਕਦੀ ਤੁਸੀਂ ਇਸ ਤਰ੍ਹਾਂ ਕਿਸੇ ਨੂੰ ਰੋਂਦਿਆਂ ਵੇਖਿਆ ਵੀ ਅੱਜ ਮੈਂ ਸਵੇਰੇ ਨਿਤਨੇਮ ਨਹੀਂ ਕਰ ਸਕਿਆ ਤੇ ਮੇਰੇ ਅੰਦਰੋਂ ਹਾਂ ਹੀ ਨਿਕਲਦੀਆਂ ਨੇ। ਅੱਜ ਮੈਂ ਸਵੇਰੇ ਪ੍ਰਭੂ ਦੀ ਭਗਤੀ ਵਿੱਚ ਨਹੀਂ ਜੁੜ ਸਕਿਆ ਤੇ ਸਾਰਾ ਦਿਨ ਮੇਰਾ ਕੁਝ ਖਾਣ ਨੂੰ ਚਿੱਤ ਨਹੀਂ ਕੀਤਾ। ਕਦੀ ਇਸ ਤਰ੍ਹਾਂ ਹੋਇਆ? ਲੱਗਦਾ ਤੇ ਨਹੀਂ, ਕਿਉਂਕਿ ਮੇਰੇ ਨਾਲ ਨਹੀਂ ਹੁੰਦਾ ਤੇ ਹੋਰ ਕਿਹਦੀ ਆਪਾਂ ਗੱਲ ਕਰੀਏ। ਇਹੋ ਜਿਹੇ ਸਰੀਰ ਨੂੰ, ਜਿਸ ਸਰੀਰ ਵਿੱਚ ਪਿਆਰ ਨਹੀਂ ਉਪਜਿਆ ਪ੍ਰਮਾਤਮਾ ਦੇ ਪ੍ਰਤੀ, ਸੋ ਪਿੰਜਰ ਲੈ ਜਾਰ। ਇਹੋ ਜਿਹੇ ਪਿੰਜਰ ਨੂੰ ਤੇ ਸਾੜ ਦਿਓ। ਭਾਵ ਇਹੋ ਜਿਹੇ ਸਰੀਰ ਦਾ ਕੀ ਕਰਨਾ ਹੈ, ਜਿਸ ਸਰੀਰ ਵਿੱਚ ਹੁੰਦਿਆਂ ਅਸੀਂ ਆਪਣੀ ਜ਼ਿੰਦਗੀ ਦੇ 70-80 ਸਾਲ ਵਿਅਰਥ ਗਵਾ ਕੇ ਤੁਰ ਜਾਂਦੇ ਹਾਂ। ਨਾ ਪ੍ਰਭੂ ਨਾਲ ਪਿਆਰ ਪੈਦਾ ਹੁੰਦਾ ਹੈ, ਨਾ ਪ੍ਰਭੂ ਦੇ ਵਿਛੋੜੇ ਵਿੱਚ ਕਦੀ ਅੰਦਰੋਂ ਵੈਰਾਗ ਉਪਜਦਾ ਹੈ, ਨਾ ਕਦੀ ਅੱਖਾਂ ਵਿੱਚੋਂ ਪਾਣੀ ਵਹਿਆ ਕਿ ਜਿਵੇਂ ਸਾਡਾ ਕੋਈ ਪਰਿਵਾਰਕ ਜੀਅ ਚਲਾ ਜਾਏ ਤੇ ਸਾਡੀਆਂ ਅੱਖਾਂ ਵਿੱਚੋਂ ਪਾਣੀ ਕਿਵੇਂ ਵਹਿ ਤੁਰਦਾ ਹੈ, ਕਿਵੇਂ ਪਿਆਰ ਸਾਡੇ ਅੰਦਰੋਂ ਉਛਾਲੇ ਮਾਰਦਾ ਹੈ ਤੇ ਰੋਣ ਰੋਕਿਆ ਨਹੀਂ ਜਾ ਸਕਦਾ। ਔਰ ਸਾਨੂੰ ਪਤਾ ਨਹੀਂ ਕਿੰਨੇ ਯੁੱਗ ਹੋ ਗਏ ਨੇ ਰੱਬ ਜੀ ਨਾਲੋਂ ਵਿਛੜਿਆਂ, ਆਪਣੇ ਸੱਚੇ ਪਿਤਾ ਨਾਲੋਂ ਵਿਛੜਿਆਂ। ਕੀ ਉਹਦੀ ਯਾਦ ਵਿੱਚ ਕਦੀ ਇਹੋ ਜਿਹੀ ਬੇਹਬਲਤਾ ਹੋਈ ਹੈ? ਕੀ ਉਹਦੀ ਯਾਦ ਵਿੱਚ ਕਦੀ ਇਸ ਤਰ੍ਹਾਂ ਅਸੀਂ ਘਬਰਾਏ ਹਾਂ? ਕਦੇ ਵੀ ਨਹੀਂ। ਸੋ ਗੁਰੂ ਸਾਹਿਬ ਬਾਬਾ ਫਰੀਦ ਜੀ ਸਾਨੂੰ ਕੁਝ ਇਹੋ ਜਿਹੀ ਸਿੱਖਿਆ ਦਿੰਦੇ ਨੇ, ਭਾਈ ਆਪਣੇ ਅੰਦਰ ਪਿਆਰ ਪੈਦਾ ਕਰੋ, ਪ੍ਰਭੂ ਦੇ ਵਿਛੋੜੇ ਦੇ ਵਿੱਚ ਤੜਫੋ, ਤੁਹਾਡੇ ਅੰਦਰ ਬਿਰਹਾ ਪੈਦਾ ਹੋਵੇ। ਆਪਾਂ ਪਿੱਛੇ ਜੇ ਇੱਕ ਸ਼ਲੋਕ ਪੜ੍ਹਿਆ ਸੀ ਬਾਬਾ ਫਰੀਦ ਜੀ ਦਾ, ਜਿਸ ਵਿੱਚ ਉਹਨਾਂ ਨੇ ਸਾਨੂੰ ਆਖਿਆ ਸੀ, ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋਂ ਨਾ ਉਪਜੈ, ਸੋ ਤਨ ਜਾਨ ਮਸਾਨ। ਉਹਨੂੰ ਤੇ ਮੜੀਆਂ ਵਰਗਾ ਸਮਝੋ, ਉਹਨੂੰ ਤੇ ਕਬਰਾਂ ਦੀ ਨਿਆਈ ਸਮਝੋ। ਭਾਵ ਉਹਨੂੰ ਮੁਰਦਾ ਸਮਝੋ ਜਿਸ ਤਨ ਵਿੱਚ ਪ੍ਰਭੂ ਦੇ ਵਿਛੋੜੇ ਦੇ ਸੱਲ ਨਹੀਂ ਉਪਜਦਾ,
ਜਿਸ ਸਰੀਰ ਵਿੱਚ ਪ੍ਰਭੂ ਦੇ ਪ੍ਰਤੀ ਪਿਆਰ ਨਹੀਂ ਪੈਦਾ ਹੁੰਦਾ। ਸੋ ਜੀ ਅੱਜ ਦੀ ਆਪਾਂ ਵਿਚਾਰ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਆਪਾਂ ਹੁਣ ਯਤਨ ਕਰਨਾ ਹੈ, ਜਦੋਂ ਕੱਲ ਸਵੇਰ ਹੋਵੇ ਤੇ ਸਵੇਰੇ ਸਵੇਰੇ ਉੱਠ ਕੇ ਆਪਣੇ ਮਨ ਨੂੰ ਆਖਣਾ, ਉੱਠ ਫਰੀਦਾ ਉਜੂ ਸਾਜ, ਐ ਮੇਰੇ ਮਨਾ ਉੱਠ ਇਸ਼ਨਾਨ ਪਾਣੀ ਕਰ, ਪ੍ਰਭੂ ਦੀ ਭਗਤੀ ਵਿੱਚ ਜੁੜ। ਐ ਮੇਰੇ ਮਨਾ ਉੱਠ ਸੁਚੇਤ ਹੋ, ਗੁਰਬਾਣੀ ਦਾ ਪਾਠ ਕਰ। ਇਹ ਗੱਲ ਆਪਾਂ ਅੱਜ ਸਵੇਰੇ ਜਦੋਂ ਉੱਠੀਏ ਤੇ ਆਪਾਂ ਆਪਣੇ ਮਨ ਨੂੰ ਜ਼ਰੂਰ ਆਖਣੀ ਏ ਤੇ ਆਖ ਕੇ ਉੱਤੇ ਰਜਾਈ ਖਿੱਚ ਕੇ ਨਹੀਂ ਸੌਂ ਜਾਣਾ, ਆਖ ਕੇ ਫਿਰ ਉੱਠ ਜਾਣਾ, ਰਜਾਈ ਨੂੰ ਪਰੇ ਕਰ ਦੇਣਾ ਤੇ 5 ਇਸ਼ਨਾਨਾਂ ਕਰਕੇ ਜਾਂ ਇਸ਼ਨਾਨ ਪਾਣੀ ਕਰਕੇ ਪ੍ਰਭੂ ਦੀ ਭਗਤੀ ਵਿੱਚ ਜੁੜਨਾ। ਸਾਡਾ ਇੱਥੋਂ ਦਿਨ ਸ਼ੁਰੂ ਹੋਣਾ ਚਾਹੀਦਾ, ਜਿਹਨੂੰ ਆਪਾਂ ਨਾ ਕਹਿੰਦੇ ਆ ਦਿਨ ਚਰਿਆ। ਸਾਡੀ ਜਿਹੜੀ ਦਿਨ ਚਰਿਆ ਇੱਥੋਂ ਸ਼ੁਰੂ ਹੋਣੀ ਚਾਹੀਦੀ ਏ ਕਿ ਅਸੀਂ ਅੰਮ੍ਰਿਤ ਵੇਲਾ ਸੰਭਾਲੀਏ, ਪ੍ਰਭੂ ਦੀ ਭਗਤੀ ਵਿੱਚ ਜੁੜੀਏ ਤੇ ਫਿਰ ਅਸੀਂ ਆਪਣੇ ਕਾਰੋਬਾਰ ਵੀ ਕਰਨੇ ਨੇ, ਕੰਮ ਧੰਦਾ ਵੀ ਕਰਨਾ ਹੈ, ਬੱਚਿਆਂ ਦੀ ਸੰਭਾਲ ਵੀ ਕਰਨੀ ਏ। ਉਹ ਸਭ ਕੁਝ ਕਰਦਿਆਂ ਹੋਇਆਂ ਮਾਲਕ ਨੂੰ ਯਾਦ ਵੀ ਰੱਖਣਾ, ਉਹਨੂੰ ਕਦੇ ਵਿਸਾਰਨਾ ਨਹੀਂ। ਸੋ ਅੱਜ ਜੀ ਤੁਸੀਂ ਇੰਨੇ ਕੁ ਬਚਨ ਪ੍ਰਵਾਨ ਕਰਨਾ, ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।